ਤਾਂ ਇੱਕ ਵੱਡੀ ਖਬਰ ਆ ਰਹੀ ਹੈ। ਕੇਂਦਰ ਸਰਕਾਰ ਨੇ ਅਨਲੌਕ 4 ਦੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਨੇ। ਸਕੂਲ ਕਾਲਜ ਫਿਲਹਾਲ ਬੰਦ ਰਹਿਣਗੇ, ਰੇਲ ਸੇਵਾਵਾਂ ਵੀ ਫਿਲਹਾਲ ਬੰਦ ਰਹਿਣਗੀਆਂ। ਮੈਟਰੋ ਸੇਵਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। 7 ਸਤੰਬਰ ਤੋਂ ਮੈਟਰੋ ਸੇਵਾ ਬਹਾਲ ਹੋਏਗੀ। 1 ਸਤੰਬਰ ਤੋਂ ਨਵੀਆਂ ਗਾਈਡਲਾਈਨਸ ਜਾਰੀ ਹੋ ਰਹੀਆਂ ਨੇ। ਸਿਨੇਮਾ ਹਾਲ ਫਿਲਹਾਲ ਬੰਦ ਰਹਿਣਗੇ। ਸੋ ਇਸ ਵੇਲੇ ਦੀ ਵੱਡੀ ਅਪਡੇਟ, ਕੇਂਦਰ ਸਰਕਾਰ ਨੇ ਅਨਲੌਕ 4 ਦੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਨੇ, ਕਿਉਂਕਿ ਅਨਲੌਕ 3 31 ਅਗਸਤ ਨੂੰ ਖਤਮ ਹੋ ਰਿਹਾ ਹੈ। ऐसे ਵਿੱਚ 1 ਸਤੰਬਰ ਤੋਂ ਦੇਸ਼ ਦੇ ਵਿੱਚ ਅਨਲੌਕ 4 ਸਟਾਰਟ ਹੋ ਜਾਏਗਾ ਔਰ ਅਨਲੌਕ 4 ਦੀਆਂ ਗਾਈਡਲਾਈਨਸ ਆ ਗਈਆਂ ਨੇ। ਮੈਟਰੋ ਸੇਵਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਿਵੇਂ ਅਸੀਂ ਪਹਿਲਾਂ ਸੋਰਸਿਸ ਤੋਂ ਖਬਰ ਦੇ ਰਹੇ ਸੀ ਦਰਸ਼ਕਾਂ ਨੂੰ ਕਿ ਮੈਟਰੋ ਸੇਵਾ ਬਹਾਲ ਕੀਤੀ ਜਾਏਗੀ। ਸੋ ਮੈਟਰੋ ਸੇਵਾਵਾਂ ਬਹਾਲ ਹੋ ਰਹੀਆਂ ਨੇ ਦੇਸ਼ 'ਚ ਜਿੱਥੇ ਜਿੱਥੇ ਵੀ ਮੈਟਰੋ ਚੱਲਦੀ ਹੈ। ਸਕੂਲ ਕਾਲਜ 30 ਸਤੰਬਰ ਤੱਕ ਬੰਦ ਰੱਖੇ ਜਾਣਗੇ, ਯਾਨੀ ਅਨਲੌਕ 4 ਦੇ ਵਿੱਚ ਵੀ ਸਕੂਲ ਕਾਲਜ ਬੰਦ ਹੋਣਗੇ। ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ। 7 ਸਤੰਬਰ ਤੋਂ ਮੈਟਰੋ ਰੇਲ ਸੇਵਾ ਦੇਸ਼ ਦੇ ਵਿੱਚ ਆਪਰੇਸ਼ਨਲ ਹੋ ਜਾਏਗੀ, ਸ਼ੁਰੂ ਹੋ ਜਾਏਗੀ। ਉਸ ਤੋਂ ਇਲਾਵਾ 21 ਸਤੰਬਰ ਤੋਂ ਜਿਹੜੇ ਕੋਈ ਸੋਸ਼ਲ ਇਕੱਠ ਨੇ ਜਾਂ ਕੋਈ ਖੇਡ ਮੇਲੇ ਨੇ ਜਾਂ ਫਿਰ ਕੋਈ ਸੱਭਿਆਚਾਰਕ ਕਲਚਰਲ ਜਾਂ ਫਿਰ ਕੋਈ ਧਾਰਮਿਕ ਸਮਾਗਮ ਨੇ, ਉਹਨਾਂ ਨੂੰ ਵੀ ਕੇਂਦਰ ਸਰਕਾਰ ਨੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਉਸ ਦੇ ਵਿੱਚ ਸ਼ਰਤਾਂ ਨੇ ਕਿ 100 ਤੋਂ ਜ਼ਿਆਦਾ ਦਾ ਇਕੱਠ ਨਹੀਂ ਹੋਣਾ ਚਾਹੀਦਾ। ਯਾਨੀ ਕੋਈ ਧਾਰਮਿਕ ਸਮਾਗਮ ਹੈ, ਕੋਈ ਸੋਸ਼ਲ ਇਕੱਠ ਹੈ ਤਾਂ ਉੱਥੇ 100 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਹੋਣੇ ਚਾਹੀਦੇ। ਯਾਨੀ ਇਸ ਦਾ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਹੁਣ ਵਿਆਹ ਸ਼ਾਦੀਆਂ ਜਾਂ ਕਿਸੇ ਦੀ ਅਗਰ ਮੌਤ ਹੋਈ ਹੈ ਤਾਂ ਉੱਥੇ ਵੀ ਇਹ ਜਿਹੜੀ ਇਕੱਠ ਦੀ ਇਜਾਜ਼ਤ ਹੈ ਇਹ 100 ਲੋਕਾਂ ਦੇ ਨਾਲ ਦੇ ਦਿੱਤੀ ਗਈ ਹੈ। 100 ਲੋਕਾਂ ਦੇ ਨਾਲ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਇਹ ਕੇਂਦਰ ਸਰਕਾਰ ਦੀਆਂ ਅਨਲੌਕ 4 ਦੀਆਂ ਗਾਈਡਲਾਈਨਸ ਨੇ। ਪੰਜਾਬ ਸਰਕਾਰ ਵੱਲੋਂ ਹਲੇ ਆਪਣੀਆਂ ਗਾਈਡਲਾਈਨਸ ਜਾਰੀ ਨਹੀਂ ਕੀਤੀਆਂ ਗਈਆਂ, ਕਿਉਂਕਿ ਪੰਜਾਬ ਨੇ ਕੇਂਦਰ ਦੇ ਨਿਯਮਾਂ ਤੋਂ ਅੱਡ ਜਾ ਕੇ ਸਖਤੀ ਕੀਤੀ ਹੋਈ ਹੈ। ਪੰਜਾਬ ਦੇ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ, ਸੋ ਇਸ ਕਰਕੇ ਪੰਜਾਬ ਦੇ ਵਿੱਚ ਹਲੇ ਸਖਤੀ ਹੈ। ਪਰ ਕੇਂਦਰ ਸਰਕਾਰ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ ਕਿ ਵਿਆਹ ਸ਼ਾਦੀਆਂ ਦੇ ਵਿੱਚ 100 ਲੋਕ ਸ਼ਾਮਿਲ ਹੋ ਸਕਦੇ ਨੇ। ਕਿਸੇ ਦੀ ਡੈਥ ਹੋਈ ਹੈ, ਭੋਗ ਹੈ, ਉੱਥੇ 100 ਲੋਕ ਸ਼ਾਮਿਲ ਹੋ ਸਕਦੇ ਨੇ। ਕੋਈ ਹੋਰ ਸਮਾਗਮ ਹੈ ਸਾਂਝਾ, ਉੱਥੇ 100 ਲੋਕ ਸ਼ਾਮਿਲ ਹੋ ਸਕਦੇ ਨੇ। ਕੋਈ ਧਾਰਮਿਕ ਸਮਾਗਮ ਹੈ, ਕੋਈ ਸਿਆਸੀ ਰੈਲੀ ਹੈ, ਕੋਈ ਸਿਆਸੀ ਪ੍ਰੋਗਰਾਮ ਹੈ, ਉੱਥੇ 100 ਲੋਕ ਇਜਾਜ਼ਤ ਦੀ ਦਿੱਤੀ ਗਈ ਹੈ, 100 ਲੋਕਾਂ ਦੀ। ਸੋ ਕੇਂਦਰ ਸਰਕਾਰ ਵੱਲੋਂ ਅਨਲੌਕ 4 ਦੀਆਂ ਜਿਹੜੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ, ਉਸ ਦੇ ਮੁਤਾਬਕ 21 ਸਤੰਬਰ ਤੋਂ ਇਹ ਲਾਗੂ ਹੋਏਗਾ। ਜਿਹੜਾ ਇਕੱਠ ਦੇ ਵਿੱਚ 100 ਲੋਕਾਂ ਦੀ ਇਜਾਜ਼ਤ ਦਿੱਤੀ ਗਈ ਹੈ, ਇਹ 21 ਸਤੰਬਰ ਤੋਂ ਲਾਗੂ ਹੋਏਗਾ। ਯਾਨੀ ਹਲੇ 20 ਦਿਨ ਕੋਈ ਇਕੱਠ ਜਾਂ ਪ੍ਰੋਗਰਾਮ ਨਹੀਂ ਹੋ ਸਕੇਗਾ। ਉਸ ਤੋਂ ਬਾਅਦ ਜਿਹੜੇ ਓਪਨ 에ਅਰ ਥੀਏਟਰ ਨੇ, ਜਿਹੜੇ ਖੁੱਲ੍ਹੇ ਦੇ ਵਿੱਚ ਓਪਨ 에ਅਰ ਥੀਏਟਰ ਬਣੇ ਹੁੰਦੇ ਨੇ, ਡਰਾਮਾ ਵਗੈਰਾ, ਉਹ ਓਪਨ 에ਅਰ ਥੀਏਟਰ ਜਿਹੜੇ ਨੇ ਉਹ ਚੱਲ ਸਕਦੇ ਨੇ। ਇਸ ਦੇ ਨਾਲ ਨਾਲ ਸਕੂਲ ਕਾਲਜਿਸ, ਜਿਵੇਂ ਅਸੀਂ ਦੱਸਿਆ ਕਿ ਸਕੂਲ ਕਾਲਜਿਸ ਬੰਦ ਰਹਿਣਗੇ 30 ਸਤੰਬਰ ਤੱਕ। ਇਹ ਸਪਸ਼ਟ ਤੌਰ ਤੇ ਸਰਕਾਰ ਨੇ ਕਹਿ ਦਿੱਤਾ ਹੈ। ਸਟੇਟਸ ਤੇ ਯੂਟੀ ਸਰਕਾਰ ਨੇ ਇਹ ਕਿਹਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ 50% ਦੇ ਹਿਸਾਬ ਨਾਲ ਸਕੂਲਾਂ 'ਚ ਬੁਲਾ ਸਕਦੀਆਂ ਨੇ। ਉਹ ਆਨਲਾਈਨ ਜਾਂ ਫਿਰ ਜਿਹੜਾ ਟੈਲੀ ਕਾਉਂਸਲਿੰਗ ਹੈ ਉਸ ਕੰਮ ਦੇ ਲਈ 50% ਸਟਾਫ ਨੂੰ ਬੁਲਾਇਆ ਜਾ ਸਕਦਾ ਹੈ। ਪਰ ਵੈਸੇ ਸਕੂਲ ਕਾਲਜ ਬੰਦ ਰਹਿਣਗੇ, ਵਿਦਿਆਰਥੀਆਂ ਨੂੰ ਸਕੂਲ ਕਾਲਜ ਨਹੀਂ ਜਾਣਾ ਹੋਏਗਾ। ਸੋ ਇਹ ਨਵੀਆਂ ਗਾਈਡਲਾਈਨਸ ਨੇ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਅਨਲੌਕ 4 ਦੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਹੋਰ ਵੀ ਇਸ ਦੇ ਜਿਹੜੇ ਪੁਆਇੰਟਸ ਨੇ ਇਹ ਲਗਾਤਾਰ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ। 9ਵੀਂ ਤੋਂ 12ਵੀਂ ਤੱਕ ਦੇ ਜਿਹੜੇ ਵਿਦਿਆਰਥੀ ਨੇ ਉਹ ਟੀਚਰ ਤੋਂ ਗਾਈਡੈਂਸ ਦੇ ਲਈ ਸਕੂਲ ਵਿਜ਼ਿਟ ਕਰਨ ਦੇ ਲਈ ਜਾ ਸਕਦੇ ਨੇ, ਪਰ ਇਕੱਠੇ ਤੌਰ ਤੇ ਨਹੀਂ। ਗਾਈਡੈਂਸ ਦੇ ਲਈ ਉਹ ਸਕੂਲ ਜਾ ਸਕਦੇ ਨੇ। 21 ਸਤੰਬਰ ਤੋਂ ਓਪਨ 에ਅਰ ਥੀਏਟਰ ਖੋਲ੍ਹਣ ਦੀ ਇਜਾਜ਼ਤ ਹੈ। ਜਿਹੜੀਆਂ ਰਾਜਨੀਤਿਕ ਗਤੀਵਿਧੀਆਂ, ਸਿਆਸੀ ਗਤੀਵਿਧੀਆਂ, ਸਪੋਰਟਸ ਐਕਟੀਵਿਟੀਜ਼, ਉਸ ਦੇ ਵਿੱਚ 100 ਲੋਕ ਇਕੱਠੇ ਹੋ ਸਕਦੇ ਨੇ। ਇਹ ਇਜਾਜ਼ਤ ਕੇਂਦਰ ਸਰਕਾਰ ਨੇ ਦੇ ਦਿੱਤੀ ਹੈ। ਸਾਡੇ ਸਹਿਯੋਗੀ ਸ਼ੈਲੇਂਦਰ ਵਾਂਗੂ ਜੁੜੇ ਨੇ ਦਿੱਲੀ ਤੋਂ। ਸ਼ੈਲੇਂਦਰ, ਮੁੱਖ ਤੌਰ ਤੇ ਜੋ ਸਮਝ ਆ ਰਿਹਾ ਸੀ ਕਿ ਇਹਨਾਂ ਗਾਈਡਲਾਈਨਸ ਦੇ ਵਿੱਚ ਮੈਟਰੋ ਸੇਵਾ, ਜਿਵੇਂ ਸੋਰਸਿਸ ਤੋਂ ਪਹਿਲਾਂ ਵੀ ਤੁਸੀਂ ਖਬਰ ਦਿੱਤੀ ਸੀ ਕਿ ਮੈਟਰੋ ਸੇਵਾ ਬਹਾਲ ਕੀਤੀ ਜਾ ਸਕਦੀ ਹੈ, ਸੋ ਮੈਟਰੋ ਸੇਵਾ ਬਹਾਲ ਕਰ ਦਿੱਤੀ ਹੈ। ਹੋਰ ਜਿਹੜੇ ਮੁੱਖ ਪੁਆਇੰਟ ਨੇ, ਮੇਨ ਪੁਆਇੰਟਸ ਨੇ,
ਉਸ ਤੇ ਕਿਹੜੇ-ਕਿਹੜੇ ਨੇ ਜਿਨ੍ਹਾਂ ਤੇ फोकस इस अनलॉक 4 ਦੇ ਵਿੱਚ रहेगा? देखिए, अनलॉक 4 में सबसे बड़ी बात यह है कि इसमें मेट्रो सेवाओं को 7 सितंबर से ग्रेडेड तरीके से यानी श्रेणीबद्ध तरीके से मेट्रो सेवाओं को बहाल किया जाएगा, शुरू किया जाएगा। और इसके लिए हालांकि ये कहा जा रहा है कि जो एसओपीज हैं इसके लिए मेट्रो चलाने को लेकर वो मिनिस्ट्री ऑफ हाउसिंग एंड अर्बन डेवलपमेंट ये गाइडलाइंस जारी करेगा, एसओपीज जारी करेगा कि मेट्रो में किस तरह सफर करना होगा यात्रियों के लिए। ये एसओपीज अब से कुछ दिनों बाद शुरू हो जाएंगे, क्योंकि 7 सितंबर से शुरू हो रही है, उससे पहले गाइडलाइंस आ जाएंगी। लेकिन अहम बात यह है कि लगातार दिल्ली सरकार ये कहती रही है कि दिल्ली में हालात पहले से बेहतर हो रहे हैं। हालांकि पिछले कुछ दिनों से दिल्ली में भी केसेस बढ़ना वापस शुरू हो चुके थे, लेकिन अब ये एक फैसला लिया गया ताकि इस इकोनॉमिक एक्टिविटी को और लोगों की सहूलियत के लिए इस मेट्रो को शुरू किया जा रहा है 7 सितंबर से। दूसरी अहम बात यह कि अभी तक जिस पर पाबंदी थी मार्च के एंड से ही, जब से लॉकडाउन शुरू हुआ है, कि सामाजिक, एकेडमिक, स्पोर्ट्स, मनोरंजन, कल्चरल और रिलीजियस, पॉलिटिकल, इन फंक्शंस को भी अब इजाजत मिल चुकी है। यानी कि सबसे अहम बात यह कि बिहार चुनाव से पहले पॉलिटिकल फंक्शंस को इजाजत मिल चुकी है। 21 सितंबर से ये लागू होगा, लेकिन इसमें यह जरूरी है कि किसी भी फंक्शन में 100 से ज्यादा लोग नहीं जा सकते हैं। ऐसे में भी जब वो जाते हैं तो उनको फेस मास्क पहनना, सोशल डिस्टेंसिंग और थर्मल स्कैनिंग और बाकी जो एसओपी होते हैं उनको फॉलो करना जरूरी है। और वहीं साथ ही साथ ये भी क्लियर है कि बातचीत के बाद सहमति इस बात पर बनी है कि 30 सितंबर तक स्कूल, कॉलेज, एजुकेशनल इंस्टीट्यूशन, कोचिंग इंस्टीट्यूट ये सब बंद रहेंगे, ऑनलाइन पर जोर रहेगा। लेकिन जैसे आपने बताया कि 9वीं से 12वीं क्लास तक के जो बच्चे हैं वो अपनी मर्जी से वॉलंटरी बेसिस पर कंटेनमेंट जोन के बाहर जा सकते हैं स्कूल अपने टीचर से मिलने के लिए, गाइडेंस प्राप्त करने के लिए। लेकिन उसके लिए भी उनके पेरेंट्स या गार्जियन की तरफ से उनकी लिखित अनुमति या लिखित जो कंसेंट है वो साफ होनी चाहिए। अच्छा शैलेंद्र, इसमें एक पॉइंट और है कि जैसे सरकारें अपने स्तर पर फैसले ले लेती हैं, जो राज्य सरकारें हैं, कि केंद्र की गाइडलाइंस के अलावा अगर राज्य सरकार चाहे, पंजाब में पिछले दिनों में इस बात की सबसे ज़्यादा चर्चा रही है क्योंकि केसेस बढ़ रहे थे कि कहीं दोबारा लॉकडाउन तो नहीं रहेगा। लोग बहुत पूछते थे, दर्शक बहुत फ़ोन कॉल्स करते थे, मैसेजेस भेजते थे। तो अभी इसमें एक लाइन ये भी है कि राज्य सरकारें अपने स्तर पर लॉकडाउन का फैसला नहीं ले सकेंगी, केंद्र से इजाज़त लेनी होगी। इसमें सबसे अहम बात यह है कि जो भी छूट, जो भी रिलैक्सेशन सेंटर की तरफ से दी जाती है, उससे अधिक छूट राज्य सरकारें नहीं दे सकती हैं। और राज्य सरकारों पर आपको याद दिला दें कि अनलॉक 1 के टाइम में ही ये कह दिया गया था कि राज्य सरकारें यह तय करेंगी कि उनके यहाँ पर कौन से रेड जोन हैं, कौन से ग्रीन जोन हैं, कौन से कंटेनमेंट जोन हैं या कौन से नहीं है, ये तय करना राज्य सरकारों के ऊपर है। लेकिन अगर सख्ती करनी है वो भी राज्य सरकारें, आपने देखा होगा पिछले कुछ दिनों में हमने देखा है कि वीकेंड लॉकडाउन किए गए, अब कुछ जगह पर वीकडेज में भी लॉकडाउन किए जा रहे हैं, तो वो राज्य सरकारों के ऊपर है। लेकिन जो गाइडलाइंस छूट दी गई है ये नॉन कंटेनमेंट जोन के लिए है और राज्य अपने हिसाब से इसको लागू कर सकते हैं। इसमें सख्ती की जा सकती है लेकिन ढिल नहीं दी जा सकती। जी धन्यवाद शैलेंद्र इस पूरी जानकारी दे लई, इस पूरी गलबात दे लई। तां राज्य सरकारां अपने पद्धर ते फैसले लै सकदियां ने, पर अनलॉक 4 केंद्र सरकार ने जो जारी किया है उस दे मुताबिक जिहड़े मोटे-मोटे पॉइंट ने वो असीं दस रहे हां। अनलॉक 4 दियां इन्हां गाइडलाइंस दे स्कूल कॉलेज फिलहाल बंद रहणगे, नहीं खुलणगे। सूबा सरकारां अपने पद्धर ते लॉकडाउन नहीं लगा सकणगियां। जे उन्होंने लॉकडाउन लाना है तो केंद्र तो इजाजत लैनी पेगी। ये भी इस दे विच किया गया है। ऑनलाइन क्लासां दे लई या स्कूल दे विच होर कम्मां दे लई 50% टीचर बुलाए जा सकते हैं। और सब तो वड्डी राहत जिहड़ी केंद्र सरकार ने दित्ती है पिछले दिनों दे विच, यानी एक वड्डे वर्ग नूं इस दे विच मिलेगी जो विआह शादियां या फिर जिन्हां दे किसी दे कोई मरग हुई है, डेथ हुई है, उत्थे कोई भोग समागम है, अंतिम अरदास है, श्रद्धांजलि समागम है, उत्थे 100 लोगों नूं इजाजत दे दी गई है। ये केंद्र सरकार दीयां गाइडलाइंस ने। पंजाब ने हले इस बारे इजाजत नहीं दी है, पंजाब दीयां गाइडलाइंस नहीं आईयां ने। पंजाब दे विच पिछले दिनी ज़्यादा सख्ती की गई सी क्योंकि केसेस बहुत ज़्यादा वध रहे हैं पंजाब दे विच। पर केंद्र दीयां जिहड़ियां गाइडलाइंस ने उस दे मुताबिक हुण इजाजत मिल गई है, यानी 100 लोग समागम दे विच शामिल हो सकणगे। जिवें साडे सहयोगी शैलेंद्र वांगू ने कहा कि बिहार चोणां आ रही ने सामने और बिहार चोणां तो पहला एक तरीके नाल रैली करन दी इजाजत दे दी गई है कि 100 लोग शामिल हुंदे ने तां उत्थे रैली की जा सकती है।
ਬਿਹਾਰ ਚੋਣਾਂ ਦੇ ਲਈ। ਔਰ ਇਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇਜਾਜ਼ਤ ਮਿਲ ਗਈ ਹੈ ਕਿ ਜੇ ਕੋਈ ਪੋਲੀਟੀਕਲ ਫੰਕਸ਼ਨ ਰੱਖਣਾ ਹੈ, ਕੋਈ ਸਿਆਸੀ ਸਮਾਗਮ ਰੱਖਣਾ ਹੈ ਤਾਂ 100 ਲੋਕ ਇਕੱਠੇ ਹੋ ਸਕਦੇ ਨੇ। ਇਹ ਇਜਾਜ਼ਤ ਕੇਂਦਰ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ ਅਨਲੌਕ 4 ਦੇ ਵਿੱਚ। ਚਾਹੇ ਕੋਈ ਸੋਸ਼ਲ ਗੈਦਰਿੰਗ ਹੋਵੇ, ਕੋਈ ਰਿਲੀਜੀਅਸ ਗੈਦਰਿੰਗ ਹੋਵੇ, ਕੋਈ ਸਪੋਰਟਸ ਫੰਕਸ਼ਨ ਹੋਵੇ, ਕੋਈ ਐਂਟਰਟੇਨਮੈਂਟ ਫੰਕਸ਼ਨ ਹੋਵੇ, ਉਸ ਦੇ ਵਿੱਚ 100 ਲੋਕ ਜਾ ਸਕਦੇ ਨੇ। ਸਕੂਲਾਂ ਬਾਬਤ ਵਿਦਿਆਰਥੀ ਨਹੀਂ ਜਾ, ਸਕੂਲ ਨਹੀਂ ਲੱਗਣਗੇ। 30 ਸਤੰਬਰ ਤੱਕ ਸਕੂਲ ਬੰਦ ਰਹਿਣਗੇ, ਕਾਲਜ ਬੰਦ ਰਹਿਣਗੇ, ਪਰ ਵਿਦਿਆਰਥੀ ਆਪਣੀ ਗਾਈਡੈਂਸ ਦੇ ਲਈ ਜਾਂ ਕਿਸੇ ਜ਼ਰੂਰੀ ਕੰਮ ਦੇ ਲਈ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਸਕੂਲ ਦੇ ਵਿੱਚ ਜਾ ਸਕਦੇ ਨੇ। ਇਹ ਇਜਾਜ਼ਤ ਦੇ ਦਿੱਤੀ ਗਈ ਹੈ। 50% ਦੀ ਟੀਚਰ ਨੇ ਜਿਹੜੇ ਉਹ ਸਕੂਲ ਦੇ ਵਿੱਚ ਜਾ ਸਕਦੇ ਨੇ। ਸਕੂਲ ਉਹਨਾਂ ਨੂੰ ਬੁਲਾ ਸਕਦਾ ਹੈ ਆਨਲਾਈਨ ਕਲਾਸਾਂ ਦੇ ਲਈ, ਯਾਨੀ ਉਹ ਸਕੂਲ ਦੇ ਵਿੱਚੋਂ ਹੁਣ ਆਨਲਾਈਨ ਕਲਾਸਾਂ ਟੀਚਰ ਲੈ ਸਕਦੇ ਨੇ। ਪਰ 50% ਦੀ ਉਸ ਦੇ ਲਈ ਜਿਹੜੀ ਉਹ ਸ਼ਰਤ ਰੱਖੀ ਗਈ ਹੈ ਕਿ ਸਾਰੇ ਟੀਚਰ ਨਹੀਂ ਆਉਣਗੇ। 50% ਦੀ ਟੀਚਰ ਤੇ ਜਾਂ ਜਿਹੜਾ ਨਾਨ ਟੀਚਿੰਗ ਸਟਾਫ ਹੈ ਉਹ ਵੀ 50% ਦੀ ਗਿਣਤੀ ਦੇ ਵਿੱਚ ਹੀ ਆਏਗਾ। ਮੈਟਰੋ ਰੇਲ ਸੇਵਾ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਮੈਟਰੋ ਸਿਟੀਜ਼ ਨੇ ਜਿੱਥੇ ਇਹ ਸਹੂਲਤ ਹੈ ਮੈਟਰੋ ਸੇਵਾ ਦੀ, ਉਹ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਹੈ। ਪਰ ਰੈਗੂਲਰ ਜਿਹੜੀ ਰੇਲ ਸੇਵਾ ਹੈ ਉਹ ਫਿਲਹਾਲ ਬੰਦ ਰਹੇਗੀ, ਉਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇੰਟਰਸਟੇਟ ਮੂਵਮੈਂਟ ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੋਏਗੀ, ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ। ਯਾਨੀ ਅੰਤਰਰਾਜੀ ਜਿਹੜੀ ਆਵਾਜਾਈ ਹੈ ਉਹ ਖੁੱਲੀ ਹੈ, ਕੋਈ ਵੀ ਕਿਸੇ ਵੀ ਸੂਬੇ ਦੇ ਵਿੱਚ ਆ ਜਾ ਸਕਦਾ ਹੈ। ਬਾਰਡਰ ਦੇ ਉੱਪਰ ਕਿਸੇ ਤੋਂ ਕੋਈ ਇਜਾਜ਼ਤ ਨਹੀਂ ਲੈਣੀ ਹੋਏਗੀ। ਇਹ ਕੇਂਦਰ ਸਰਕਾਰ ਦੀਆਂ ਗਾਈਡਲਾਈਨਸ ਨੇ। ਸਕੂਲਾਂ ਦਾ ਜਿਵੇਂ ਅਸੀਂ ਵਾਰ-ਵਾਰ ਦੱਸ ਰਹੇ ਹਾਂ ਕਿ ਬੱਚੇ ਆਪਣੇ ਅਧਿਆਪਕਾਂ ਨੂੰ ਮਿਲਣ ਦੇ ਲਈ ਆ ਜਾ ਸਕਣਗੇ ਔਰ ਵੈਸੇ ਸਕੂਲ ਬੰਦ ਰਹਿਣਗੇ 30 ਸਤੰਬਰ ਤੱਕ। ਸਿਨੇਮਾ ਹਾਲ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ ਇਹ ਬੰਦ ਰਹਿਣਗੇ, ਇਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਔਰ ਇੰਟਰਨੈਸ਼ਨਲ 에ਅਰ ਟਰੈਵਲ ਜਿਹੜਾ ਹੈ ਉਹ ਵੀ ਜਦੋਂ ਤੱਕ ਮਿਨਿਸਟਰੀ ਆਫ ਹੋਮ ਅਫੇਅਰਸ ਤੋਂ ਇਜਾਜ਼ਤ ਨਹੀਂ ਹੁੰਦੀ ਉਦੋਂ ਤੱਕ ਇਹ ਇੰਟਰਨੈਸ਼ਨਲ 에ਅਰ ਟਰੈਵਲ ਵੀ ਯਾਨੀ ਹਵਾਈ ਸੇਵਾ ਵੀ ਬੰਦ ਰਹੇਗੀ। ਸੋ ਲਾਕਡਾਊਨ ਜਿਹੜਾ ਹੈ ਇਹ 30 ਸਤੰਬਰ ਤੱਕ, ਜਿਹੜਾ ਅਨਲੌਕ 4 ਹੈ ਇਹ 30 ਸਤੰਬਰ ਤੱਕ ਗਾਈਡਲਾਈਨਸ ਦਿੱਤੀਆਂ ਗਈਆਂ ਨੇ। ਇਸ ਤੋਂ ਇਲਾਵਾ ਹੋਰ ਵੀ ਇਸ ਦੇ ਵਿੱਚ ਕਾਫੀ ਡਿਟੇਲਸ ਨੇ। ਇੰਟਰਸਟੇਟ ਮੂਵਮੈਂਟ ਦੀ ਜਿਵੇਂ ਅਸੀਂ ਗੱਲ ਕੀਤੀ, ਇੰਟਰਸਟੇਟ ਮੂਵਮੈਂਟ ਤੇ ਕਿਸੇ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੋਏਗੀ, ਵਿਅਕਤੀ ਵੀ ਆ ਜਾ ਸਕਣਗੇ ਤੇ ਜਿਹੜਾ ਸਮਾਨ ਹੈ ਢੋਆ ਢੁਆਈ ਦਾ ਉਹ ਵੀ ਆ ਜਾ ਸਕੇਗਾ। ਕੋਈ ਸੈਪਰੇਟ ਪਰਮਿਸ਼ਨ, ਕੋਈ ਅਪਰੂਵਲ, ਕੋਈ ਈ ਪਰਮਿਟ ਇਹਨਾਂ ਦੇ ਵਿੱਚ ਰਿਕੁਆਇਰ ਨਹੀਂ ਹੋਏਗਾ, ਇਸ ਦੀ ਜ਼ਰੂਰਤ ਨਹੀਂ ਹੋਏਗੀ। ਇਹ ਕੇਂਦਰ ਸਰਕਾਰ ਨੇ ਆਪਣੀਆਂ ਗਾਈਡਲਾਈਨਸ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਵੱਖਰੇ ਤੌਰ ਤੇ ਕੋਈ ਪਰਮਿਸ਼ਨ, ਕੋਈ ਮਨਜ਼ੂਰੀ ਜਾਂ ਕੋਈ ਈ ਪਰਮਿਟ ਨਹੀਂ ਚਾਹੀਦਾ ਹੋਏਗਾ। ਇਹ ਆਵਾਜਾਈ ਇੰਟਰਸਟੇਟ ਫ੍ਰੀਲੀ ਕੀਤੀ ਜਾ ਸਕਦੀ ਹੈ, ਇਹ ਗਾਈਡਲਾਈਨਸ ਦੇ ਵਿੱਚ ਲਿਖਿਆ ਗਿਆ ਹੈ। ਸੋ ਬਾਕੀ ਜਿਹੜੇ 65 ਸਾਲ ਤੋਂ ਉੱਤੇ ਦੇ ਵਿਅਕਤੀ ਨੇ ਜਾਂ 10 ਸਾਲ ਤੋਂ ਛੋਟੇ ਬੱਚੇ ਨੇ ਉਹਨਾਂ ਬਾਬਤ ਫਿਰ ਇਹੀ ਕਿਹਾ ਗਿਆ ਕਿ ਉਹ ਘਰਾਂ 'ਚ ਹੀ ਰਹਿਣ ਜਦੋਂ ਤੱਕ ਕਿਸੇ ਨੂੰ ਕੋਈ ਬਹੁਤ ਐਮਰਜੈਂਸੀ ਨਹੀਂ ਹੁੰਦੀ, ਉਹਨਾਂ ਦੇ ਬਾਹਰ ਜਾਣ ਤੇ ਪਾਬੰਦੀ ਰਹੇਗੀ। ਪਰ ਵੱਡੀਆਂ ਗੱਲਾਂ ਜਿਹੜੀਆਂ ਇਸ ਅਨਲੌਕ 4 ਦੀਆਂ ਨੇ ਉਹ ਵੱਡੀਆਂ ਗੱਲਾਂ ਇਹੀ ਨੇ ਕਿ 100 ਬੰਦੇ ਇਕੱਠੇ ਹੋ, ਇਕੱਠ ਜਿਹੜਾ ਹੈ ਵਿਆਹ ਦਾ ਹੋਵੇ, ਚਾਹੇ ਮਰਗ ਦਾ ਹੋਵੇ, ਚਾਹੇ ਕੋਈ ਜਿਹੜਾ ਐਂਟਰਟੇਨਮੈਂਟ ਕਲਚਰਲ ਪ੍ਰੋਗਰਾਮ ਹੋਵੇ, ਚਾਹੇ ਕੋਈ ਸਪੋਰਟਸ ਦਾ ਫੰਕਸ਼ਨ ਹੋਵੇ, ਉੱਥੇ 100 ਲੋਕਾਂ ਦਾ ਇਕੱਠ ਕੀਤਾ ਜਾ ਸਕਦਾ ਹੈ। ਕੋਈ ਖੇਡ ਮੇਲੇ ਹੋਣ, ਇਹ ਇਜਾਜ਼ਤ ਕੇਂਦਰ ਸਰਕਾਰ ਨੇ ਦੇ ਦਿੱਤੀ ਹੈ। ਵਾਰ-ਵਾਰ ਅਸੀਂ ਫਿਰ ਇਹੀ ਦੱਸ ਰਹੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਹਾਲੇ ਆਪਣੀਆਂ ਗਾਈਡਲਾਈਨਸ ਜਾਰੀ ਨਹੀਂ ਕੀਤੀਆਂ ਗਈਆਂ, ਕਿਉਂਕਿ ਪੰਜਾਬ ਸਰਕਾਰ ਪਹਿਲਾਂ ਕੇਂਦਰ ਦੀਆਂ ਗਾਈਡਲਾਈਨਸ ਦਾ ਇੰਤਜ਼ਾਰ ਕਰਦੀ ਹੈ, ਫਿਰ ਉਸ ਤੋਂ ਬਾਅਦ ਆਪਣੇ ਪੱਧਰ ਤੇ ਆਪਣੇ ਵੱਲੋਂ ਗਾਈਡਲਾਈਨਸ ਜਾਰੀ ਕਰਦੀ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਸਟੇਟ ਦੇ ਵਿੱਚ ਖੁੱਲ੍ਹ ਰਹੇਗੀ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਬੈਨ ਰਹੇਗਾ। ਪੰਜਾਬ ਦੇ ਵਿੱਚ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਵੇਂ ਕੇਸ ਨੇ ਉਹ ਸਾਹਮਣੇ ਆ ਰਹੇ ਨੇ ਔਰ ਲਗਾਤਾਰ ਤਾਦਾਦ ਜਿਹੜੀ ਹੈ ਕਰੋਨਾ ਮਰੀਜ਼ਾਂ ਦੀ ਵੱਧਦੀ ਜਾ ਰਹੀ ਹੈ। ਇਸੇ ਕਰਕੇ ਪੰਜਾਬ ਨੇ ਸਖਤੀ ਵੀ ਸ਼ੁਰੂ ਕੀਤੀ ਹੈ। ਪਰ ਇਸ ਸਭ ਦੇ ਵਿੱਚ ਦੇਸ਼ 'ਚ 1 ਸਤੰਬਰ ਤੋਂ ਅਨਲੌਕ 4 ਸ਼ੁਰੂ ਹੋ ਰਿਹਾ ਹੈ। ਮੈਟਰੋ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸਕੂਲ ਕਾਲਜਾਂ ਦੇ ਵਿੱਚ 50% ਦੀ ਸਟਾਫ ਨੂੰ ਆਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਆਨਲਾਈਨ ਟੀਚਿੰਗ ਦੇ ਲਈ, ਆਨਲਾਈਨ ਸਟੱਡੀ ਦੇ ਲਈ ਟੀਚਿੰਗ ਤੇ ਨਾਨ ਟੀਚਿੰਗ ਸਟਾਫ 50% ਦੀ ਦਰ ਨਾਲ ਬੁਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ 9ਵੀਂ ਤੋਂ 12ਵੀਂ ਤੱਕ ਦੇ ਜਿਹੜੇ ਵਿਦਿਆਰਥੀ ਨੇ ਉਹ ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਜਾਂ ਕੋਈ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਨੇ, ਕਨਫਿਊਜ਼ਨਸ ਨੇ, ਉਸ ਨੂੰ
ਦੂਰ ਕਰਨ ਦੇ ਲਈ ਉਹ ਸਕੂਲ ਵਿਜ਼ਿਟ ਕਰ ਸਕਦੇ ਨੇ। ਇਹ ਵੀ ਇਜਾਜ਼ਤ ਦੇ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ। ਸੋ 7 ਸਤੰਬਰ ਤੋਂ ਜਿਹੜੀ ਮੈਟਰੋ ਰੇਲ ਸੇਵਾ ਹੈ ਇਹ ਬਹਾਲ ਹੋਏਗੀ ਔਰ 21 ਸਤੰਬਰ ਤੋਂ ਜਿਹੜੇ ਸਮਾਜਿਕ ਤੇ ਸਿਆਸੀ ਪ੍ਰੋਗਰਾਮ ਨੇ ਉਸ 'ਚ 100 ਬੰਦਿਆਂ ਦੇ 100 ਲੋਕਾਂ ਦੇ ਹੋਣ ਦੀ ਛੋਟ ਹੋਏਗੀ 21 ਸਤੰਬਰ ਤੋਂ। ਅੰਤਰਰਾਜੀ ਆਵਾਜਾਈ ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੋਏਗੀ ਔਰ ਕੋਈ ਉਸ ਦੇ ਲਈ ਈ ਪਰਮਿਟ ਜਾਂ ਸੈਪਰੇਟ ਪਾਸ ਜਾਂ ਸੈਪਰੇਟ ਮਨਜ਼ੂਰੀ ਵੱਖਰੇ ਤੌਰ ਤੇ ਨਹੀਂ ਲੈਣੀ ਹੋਏਗੀ। ਜੇ ਸਟੇਟਾਂ ਨੇ ਆਪਣੇ ਪੱਧਰ ਤੇ ਕੋਈ ਫੈਸਲਾ ਲੈਣਾ ਹੈ ਲਾਕਡਾਊਨ ਦਾ ਤਾਂ ਉਹ ਕੇਂਦਰ ਤੋਂ ਇਜਾਜ਼ਤ ਲਏ ਬਿਨਾ ਨਹੀਂ ਲਿਆ ਜਾ ਸਕੇਗਾ। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਮੁੱਖ ਮੰਤਰੀ ਵੱਲੋਂ ਵਜ਼ੀਫਾ ਘੁਟਾਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ। ਪੰਜਾਬ ਦੇ ਚੀਫ ਸੈਕਟਰੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਚੀਫ ਸੈਕਟਰੀ ਵਿਨੀ ਮਹਾਜਨ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ। ਇਹ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਸੈਕਟਰੀ ਨੂੰ ਦਿੱਤੀ ਹੈ, ਵਿਨੀ ਮਹਾਜਨ ਨੂੰ, ਕਿ ਜਿਹੜਾ ਇਹ ਘੁਟਾਲੇ ਦੀ ਚਰਚਾ ਹੋ ਰਹੀ ਹੈ ਇਸ ਬਾਰੇ ਜੋ ਵੀ ਕੋਈ ਦੋਸ਼ੀ ਹੈ ਉਸ ਨੂੰ ਸਾਹਮਣੇ ਲਿਆ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਵਜ਼ੀਫਾ ਘੁਟਾਲੇ ਦਾ ਮਾਮਲਾ ਹੈ, ਪਿਛਲੇ ਦਿਨੀ ਇੱਕ ਵੱਡਾ ਸਿਆਸੀ ਮੁੱਦਾ ਬਣਿਆ ਹੈ। ਵਿਰੋਧੀ ਧਿਰਾਂ ਨੇ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਔਰ ਵਿਰੋਧੀ ਧਿਰਾਂ ਤੋਂ ਇਲਾਵਾ ਆਪਣਿਆਂ ਵੱਲੋਂ ਵੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਮੰਗੇ ਜਾ ਰਹੇ ਨੇ, ਜਿਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਆਇਆ ਹੈ ਕਿ ਕੋਈ ਮੰਤਰੀ ਹੋਵੇ, ਅਧਿਕਾਰੀ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਨਿਰਪੱਖ ਤਰੀਕੇ ਨਾਲ ਜਾਂਚ ਕਰਵਾਈ ਜਾਵੇਗੀ। ਜ਼ਿੰਮੇਵਾਰੀ ਪੰਜਾਬ ਦੇ ਚੀਫ ਸੈਕਟਰੀ ਨੂੰ ਸੌਂਪੀ ਗਈ ਹੈ। ਉਹਨਾਂ ਕਿਹਾ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਵੀ ਨਿਰਪੱਖ ਜਾਂਚ ਦਾ ਹੱਕ ਹੈ। ਮੈਂ ਵਿਰੋਧੀਆਂ ਦੀ ਕਿਸੇ ਸਾਜ਼ਿਸ਼ ਦੇ ਸਾਹਮਣੇ ਸਿਰ ਨਹੀਂ ਝੁਕਾਵਾਂਗਾ, ਇਹ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ। ਕਿਸੇ ਨੂੰ ਬਚਾਉਣ ਜਾਂ ਸ਼ਹਿ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਮੈਂ ਬਿਨਾਂ ਜਾਂਚ ਤੇ ਕਦੇ ਵਿਰੋਧੀਆਂ ਤੇ ਵੀ ਕਾਰਵਾਈ ਨਹੀਂ ਕੀਤੀ ਤਾਂ ਆਪਣੇ ਕੈਬਨਿਟ ਮੰਤਰੀ ਤੇ ਮੈਂ ਬਿਨਾਂ ਜਾਂਚ ਤੋਂ ਕਾਰਵਾਈ ਕਿਉਂ ਕਰੂੰਗਾ ਜਦੋਂ ਤੱਕ ਜਾਂਚ ਸਾਹਮਣੇ ਨਹੀਂ ਆਉਂਦੀ। ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਦਾ ਇਸ ਗੱਲ ਵੱਲ ਵੀ ਹੈ ਕਿ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਤੇ ਦਬਾਅ ਉਹਨਾਂ ਦੀ ਪਾਰਟੀ ਦੇ ਅੰਦਰੋਂ ਹੀ ਬਾਦਲ ਪਰਿਵਾਰ ਤੇ ਕਾਰਵਾਈ ਕਰਨ ਦਾ ਰਿਹਾ ਹੈ ਜਾਂ ਅਕਾਲੀ ਦਲ ਤੇ ਕਾਰਵਾਈ ਕਰਨ ਦਾ ਰਿਹਾ ਹੈ। ਤਾਂ ਇਸ਼ਾਰਿਆਂ 'ਚ ਉਹੀ ਗੱਲ ਇਸ ਬਿਆਨ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ ਕਿ ਮੈਂ ਬਿਨਾਂ ਜਾਂਚ ਤੋਂ ਕਦੇ ਵਿਰੋਧੀਆਂ ਤੇ ਵੀ ਕਾਰਵਾਈ ਨਹੀਂ ਕੀਤੀ ਤਾਂ ਫਿਰ ਆਪਣੀ ਸਰਕਾਰ ਦੇ ਮੰਤਰੀ ਤੇ ਮੈਂ ਕਾਰਵਾਈ ਕਿਉਂ ਕਰਾਂਗਾ। ਪਰ ਉਹਨਾਂ ਨੇ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ। ਇਸ ਮਾਮਲੇ ਦੀ ਚੀਫ ਸੈਕਟਰੀ ਨੂੰ ਇਹ ਜਾਂਚ ਸੌਂਪੀ ਗਈ ਹੈ। ਚੀਫ ਸੈਕਟਰੀ ਵਿਨੀ ਮਹਾਜਨ ਇਸ ਮਾਮਲੇ ਦੀ ਜਾਂਚ ਕਰਨਗੇ ਔਰ ਜਾਂਚ ਰਿਪੋਰਟ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ, ਚਾਹੇ ਕੋਈ ਮੰਤਰੀ ਹੋਵੇ, ਕੋਈ ਅਧਿਕਾਰੀ ਹੋਵੇ। ਇਹ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ।